अंदर हवारे साहब नाल गलबात होगी दीप नूं जाण के अगे कीता गया। मतलब ओदे भी ऐ जी गल कीती, पर मैं कहा यार इत्थे दस किसी दा किसानां वाले पासे गए उत्थे यही गल, इत्थे आओ यही गल, जिहड़ा आपदे बंदे नूं नहीं पछाण सकदे। सत श्री अकाल जी, तुसी पंजाबी लोक चैनल वेख रहे हो तो मैं जगदीप सिंह थली हाँ। दर्शकों, दीप सिद्धू लई रखे गए पाठ ते अंतिम अरदास समागम हो निपड़े। दीप सिद्धू नूं श्रद्धांजलि देण दे लई बहुत सारियां शख्सियतां, रूहां, विद्वान सज्जण ते ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਪਹੁੰਚਿਆ ਹੋਇਆ ਸੀ, ਜਿਹੜਾ ਦੀਪ ਸਿੱਧੂ ਦੀ ਚੰਗੀ ਸੋਚ ਦੀ ਗਵਾਹੀ ਵੀ ਭਰ ਰਿਹਾ ਸੀਗਾ। ਦੀਪ ਸਿੱਧੂ ਦੇ ਹੁੰਦੇ ਹੋਏ ਦੀਪ ਸਿੱਧੂ ਨੂੰ ਬਹੁਤ ਲੋਕ ਗਦਾਰ ਦੱਸਦੇ ਰਹੇ। ਇਹਨਾਂ ਵਿੱਚ ਕਾਮਰੇਡ ਜਿਹੜੇ ਸੀਗੇ ਉਹ ਤਾਂ ਸਿੱਧੇ ਤੌਰ 'ਤੇ ਦੀਪ ਸਿੱਧੂ ਦੇ ਖਿਲਾਫ ਚੱਲਦੇ ਸੀਗੇ, ਤੇ ਕੁਝ ਸਿੱਖ ਲੋਕ ਵੀ ਸੀਗੇ ਜਿਹੜੇ ਦੀਪ ਸਿੱਧੂ ਨੂੰ ਗਦਾਰੀ ਦਾ ਮੈਡਲ ਦਿੰਦੇ ਸੀ। ਖੈਰ, ਤੁਸੀਂ ਵੀ ਦੇਖਿਆ ਸਮਾਗਮ ਹੋਏ, ਤੇ ਸਮਾਗਮ ਦੇ ਵਿੱਚ ਦੀਪ ਸਿੱਧੂ ਦੇ ਲਈ ਵਿਦਵਾਨ ਸੱਜਣਾਂ ਨੇ, ਵਿਦਵਾਨ ਲੋਕਾਂ ਨੇ ਭਾਸ਼ਣ ਵੀ ਦਿੱਤੇ, ਉਹਨਾਂ ਦੇ ਜੀਵਨ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ। ਦੋਸਤੋ, ਜਗਤਾਰ ਸਿੰਘ ਹਵਾਰਾ ਜੀ ਜਥੇਦਾਰ ਸਾਹਿਬ ਵੱਲੋਂ ਵੀ ਦੀਪ ਸਿੱਧੂ ਹੋਰਾਂ ਦੇ ਲਈ ਔਰ ਕੌਮ ਦੇ ਨਾਂ ਸੰਦੇਸ਼ ਭੇਜਿਆ ਗਿਆ, ਤੇ ਉਹਨਾਂ ਨੇ ਦੀਪ ਸਿੱਧੂ ਉੱਤੇ ਫਖਰ ਮਾਣ ਮਹਿਸੂਸ ਕੀਤਾ। ਪਰ ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਜਿਨ੍ਹਾਂ ਸਿੱਖਾਂ ਦੀ ਮੈਂ ਗੱਲ ਕਰ ਰਿਹਾ ਕਿ ਕੁਝ ਸਿੱਖ ਲੋਕ ਵੀ ਦੀਪ ਸਿੱਧੂ ਨੂੰ ਗਦਾਰ ਦੱਸਦੇ ਸੀਗੇ, ਤਾਂ ਉਹਨਾਂ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਟੀਮ ਦੇ ਹੀ ਕੁਝ ਮੈਂਬਰ ਸੀਗੇ, ਜਿਹੜੇ ਹਵਾਰਾ ਸਾਹਿਬ ਤੱਕ ਇਹ ਗੱਲਾਂ ਪਹੁੰਚਾਉਂਦੇ ਰਹੇ ਵੀ ਦੀਪ ਸਿੱਧੂ ਏਜੰਸੀਆਂ ਦਾ ਬੰਦਾ, ਦੀਪ ਸਿੱਧੂ ਏਜੰਟ ਆ, ਅਤੇ ਸਰਕਾਰਾਂ ਦਾ ਛੱਡਿਆ ਹੋਇਆ ਸਿੱਖਾਂ ਦਾ ਲੀਡਰ ਬਣਨਾ ਚਾਹੁੰਦਾ ਹੈ, ਅਤੇ ਉਸ ਤੋਂ ਸਤਰਕ ਰਹਿਣ ਦੀ ਜ਼ਰੂਰਤ ਹੈ। ਇਹ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਜਦੋਂ ਆਖਰੀ ਵਾਰ ਮੇਰੀ ਦੀਪ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਇਹ ਜ਼ਿਕਰ ਦੀਪ ਸਿੱਧੂ ਨੇ ਖੁਦ ਮੇਰੇ ਨਾਲ ਸਾਂਝਾ ਕੀਤਾ ਸੀਗਾ। ਇਹ ਵਾਕਿਆ ਦੀਪ ਸਿੱਧੂ ਦਾ ਕਹਿਣਾ ਸੀ ਵੀ ਜਦੋਂ ਫਤਿਹਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਾਰਚ ਚੰਡੀਗੜ੍ਹ ਜਾਂਦਾ ਹੈ ਰਾਜਪਾਲ ਭਵਨ ਤੱਕ, ਅਤੇ ਉਸ ਵੇਲੇ ਰਾਜਪਾਲ ਨੂੰ ਮਿਲਿਆ ਵੀ ਜਾਂਦਾ ਹੈ, ਜਿਸ ਤੋਂ ਬਾਅਦ ਰਾਤ ਵੇਲੇ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਦੀਪ ਸਿੱਧੂ, ਇਸੇ ਤਰ੍ਹਾਂ ਬਾਪੂ ਗੁਰਚਰਨ ਸਿੰਘ ਜੀ, ਪ੍ਰੋਫੈਸਰ ਸਾਹਿਬ, ਐਡਵੋਕੇਟ ਅਮਰ ਸਿੰਘ ਚਾਹਲ ਸਾਹਿਬ ਸ਼ਾਮਿਲ ਰਹਿੰਦੇ ਨੇ, ਅਤੇ ਦੀਪ ਸਿੱਧੂ ਅਗਾਂਹ ਹੋ ਕੇ ਰਾਜਪਾਲ ਨੂੰ ਮਿਲਦੇ ਨੇ। ਇੱਕ ਟੀਮ ਮਿਲਦੀ ਹੈ, ਹਾਲਾਂਕਿ ਉੱਥੇ ਕੁਝ ਤਕਰਾਰ ਵੀ ਹੁੰਦੀ ਹੈ। ਰਾਜਪਾਲ ਨੂੰ ਜਦੋਂ ਮਿਲਣ ਨਹੀਂ ਦਿੱਤਾ ਜਾਣ ਦਿੰਦਾ, ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਮੰਗ ਪੱਤਰ ਦੇ ਦਿਓ, ਅਸੀਂ ਦੇ ਦਾਂਗੇ, ਪਰ ਇਹ ਅੜ ਗਏ ਸੀਗੇ ਉਦੋਂ ਵੀ ਨਹੀਂ, ਅਸੀਂ ਤਾਂ ਜੀ ਮੰਗ ਪੱਤਰ ਨਹੀਂ ਦਿੰਦੇ, ਅਸੀਂ ਮਿਲਣਾ ਰਾਜਪਾਲ ਨੂੰ। ਤਾਂ ਉਦੋਂ ਦੀਪ ਸਿੱਧੂ ਨੂੰ ਮੂਹਰੇ ਹੋ ਕੇ ਸਾਰੀ ਗੱਲਬਾਤ ਰਾਜਪਾਲ ਸਾਹਿਬ ਨੂੰ ਸਮਝਾਉਣੀ ਪਈ, ਅਤੇ ਬਾਹਰ ਆ ਕੇ ਜਿਹੜੇ ਜਗਤਾਰ ਸਿੰਘ ਹਵਾਰਾ ਜੀ ਦੇ ਧਰਮ ਦੇ ਪਿਤਾ ਨੇ ਬਾਪੂ ਗੁਰਚਰਨ ਸਿੰਘ ਜੀ, ਤਾਂ ਉਹਨਾਂ ਨੇ ਇੱਕ ਸ਼ਬਦ ਕਹੇ ਸੀਗੇ ਵੀ ਦੀਪ ਸਿੱਧੂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਰਾਜਪਾਲ ਸਾਹਿਬ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਸਭ ਕੁਝ ਸਮਝਾਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਜ਼ਰੂਰੀ ਹੈ, ਅਤੇ ਕਿਉਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਉਹਨਾਂ ਦੀਆਂ ਸਜ਼ਾਵਾਂ ਕਿਵੇਂ ਪੂਰੀਆਂ ਹੋ ਚੁੱਕੀਆਂ ਨੇ, ਅਤੇ ਰਾਜਪਾਲ ਨੇ ਵੀ ਉਦੋਂ ਭਰੋਸਾ ਦਿੱਤਾ ਸੀਗਾ ਰਿਹਾਈ ਦਾ। ਖੈਰ, ਉਹ ਗੱਲਬਾਤ ਹੁੰਦੀ ਹੈ, ਅਤੇ ਉਸ ਤੋਂ ਬਾਅਦ ਉਸੇ ਦੇ ਵਿੱਚ ਜਥੇਦਾਰ ਸਾਹਿਬ ਦੀ ਜੋ ਨੂੰ ਲੈ ਕੇ ਇੱਕ ਕਮੇਟੀ ਬਣੀ ਹੋਈ ਹੈ, ਉਸ ਦੇ ਵਿੱਚ ਇੱਕ ਧਿਰ ਅਜਿਹੀ ਹੈ ਜਿਸ ਨੂੰ ਇਹ ਲੱਗਾ ਵੀ ਦੀਪ ਸਿੱਧੂ ਸ਼ਾਇਦ ਮੋਹਰੀ ਹੋਣਾ ਚਾਹੁੰਦਾ ਹੈ, ਵੀ ਸਿੱਖਾਂ ਦਾ ਲੀਡਰ ਬਣਨਾ ਚਾਹੁੰਦਾ ਹੈ। ਇਸ ਕਰਕੇ ਜਗਤਾਰ ਸਿੰਘ ਹਵਾਰਾ ਜੀ ਦੇ ਤੱਕ ਇਹ ਗੱਲ ਪਹੁੰਚਾਈ ਗਈ ਵੀ ਦੀਪ ਸਿੱਧੂ ਏਜੰਸੀਆਂ ਦਾ ਬੰਦਾ ਹੈ। ਦੀਪ ਸਿੱਧੂ
ਦੀ ਅੰਤਿਮ ਅਰਦਾਸ ਸਮਾਗਮ ਮੌਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ ਸੰਦੇਸ਼ ਭੇਜਿਆ। ਪਰ ਹਲੇ ਵੀ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਉਹ ਲੋਕ ਕਿਹੜੇ ਨੇ ਜਿਹੜੇ ਦੀਪ ਸਿੱਧੂ ਨੂੰ ਗਦਾਰ ਦੱਸਦੇ ਸੀਗੇ ਜਾਂ ਏਜੰਸੀਆਂ ਦਾ ਬੰਦਾ ਜਥੇਦਾਰ ਹਵਾਰਾ ਸਾਹਿਬ ਨੂੰ ਜਾ ਕੇ ਦੱਸਿਆ ਜਾਂਦਾ ਸੀਗਾ। ਪਹਿਲਾਂ ਮੈਂ ਤੁਹਾਨੂੰ ਆਡੀਓ ਸੁਣਾ ਦਿੰਦਾ। ਜਦੋਂ ਮੇਰੀ ਦੀਪ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਹੋਈ ਉਹ ਮੇਰੇ ਕੋਲ ਰਿਕਾਰਡਿੰਗ ਪਈ ਹੈ ਤੇ ਉਹ ਇੱਕ ਵਾਰ ਜ਼ਰੂਰ ਸੁਣ ਲਿਓ ਤੁਸੀਂ। ਹਾਂਜੀ ਉਹ ਗਾਇਬ ਹੋ ਬਾਈ ਬਹੁਤ ਦਿਨ ਤੋਂ ਤੁਸੀਂ। ਇੱਕ ਮਿੰਟ ਬਾਈ, ਇੱਕ ਮਿੰਟ। ਹਾਂਜੀ 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 ਬਹੁਤ ਦਿਨ ਤੋਂ ਮੈਂ ਕਿਹਾ ਨਜ਼ਰ ਨਹੀਂ ਆ ਰਹੇ। ਉਹ ਵੈਸੇ ਹੀ ਬਾਈ ਚੋਣਾਂ ਚਾਣਾ ਚੱਲ ਰਹੀਆਂ, ਕੀ ਕਰਾਂਗੇ ਹਜੇ। ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਾਮਲੇ 'ਚ ਉਹ ਬਾਈ ਉੱਥੇ ਮੈਂ ਗਿਆ ਸੀ, ਉੱਥੇ ਜਿਹੜੀਆਂ ਆਪਣੀਆਂ ਸਿੱਖ ਜਥੇਬੰਦੀਆਂ ਕੋਈ ਹਾਂ ਉਹ ਉਹਨਾਂ ਨੂੰ ਐਂ ਲੱਗਦਾ ਵੀ ਦੀਪ ਨੂੰ ਜਾਣ ਕੇ ਪਲਾਂਟ ਕੀਤਾ ਜਾ ਰਿਹਾ। ਮੈਂ ਉੱਥੋਂ ਵੀ ਪਾਸੇ ਹੋ ਗਿਆ ਵੀ ਇਹ ਸਰਕਾਰ ਜਾਣ ਕੇ ਪਲਾਂਟ ਕਰ ਰਹੀ ਆ। ਉਹੀ ਗੱਲਾਂ ਬਸ। ਅੱਛਾ ਅੱਛਾ ਅੰਦਰ ਹਵਾਰੇ ਸਾਹਿਬ ਨਾਲ ਗੱਲਬਾਤ ਹੋ ਗਈ ਹਾਂ ਤੇ ਦੀਪ ਨੂੰ ਜਾਣ ਕੇ ਅੱਗੇ ਕੀਤਾ ਗਿਆ। ਮਤਲਬ ਉਹਦੇ ਵੀ ਐਂ ਜੀ ਗੱਲ ਕੀਤੀ, ਪਰ ਮੈਂ ਕਿਹਾ ਯਾਰ ਇੱਥੇ ਤਾਂ ਕਿਸੇ ਦਾ ਕਿਸਾਨਾਂ ਵਾਲੇ ਪਾਸੇ ਗਏ ਉੱਥੇ ਇਹੀ ਗੱਲ, ਇੱਥੇ ਆਓ ਇਹੀ ਗੱਲ। ਇਹਦਾ ਆਪਦੇ ਬੰਦੇ ਨੂੰ ਹੀ ਨਹੀਂ ਪਛਾਣ ਸਕਦੇ, ਆਪਾਂ ਕੀ ਕਰਾਂਗੇ ਫਿਰ। ਅੱਛਾ ਅੱਛਾ ਜਿਹੜਾ ਉਹ ਗਵਰਨਰ ਵਾਲੇ ਮਾਮਲੇ ਦੇ ਵਿੱਚ ਤੁਸੀਂ ਗਏ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ? ਹਾਂ ਉਸ ਤੋਂ ਬਾਅਦ ਤਾਂ ਹੀ ਮੈਂ ਵੀ ਆਖੇ ਤੂੰ ਸਿੱਖਾਂ ਦੀ ਲੀਡਰਸ਼ਿਪ ਨੂੰ ਬਦਲ ਰਿਹਾ, ਮੋਨਾ ਕੋਨਾ ਸਿੱਖਾਂ ਦਾ ਲੀਡਰ ਨਹੀਂ ਹੋ ਸਕਦਾ। ਤੇ ਮੈਂ ਫਿਰ ਪੋਸਟ ਹੀ ਪਾਤੀ ਸੀ ਲਿਖ ਕੇ। ਅੱਛਾ ਵੀ ਮੈਂ ਕੋਈ ਦਾਅਵੇਦਾਰੀ ਨਹੀਂ ਕਰ ਰਿਹਾ ਲੀਡਰਸ਼ਿਪ ਦੀ, ਨਾ ਹੀ ਮੈਂ ਸਿੱਖਾਂ ਦਾ ਲੀਡਰ ਹੋ ਸਕਦਾ। ਸਿੱਖਾਂ ਦਾ ਲੀਡਰ ਪੂਰਨ ਗੁਰਸਿੱਖ ਹੀ ਹੋ ਸਕਦਾ। ਮੈਂ ਤਾਂ ਗੁਰੂ ਘਰ ਦਾ ਕੁੱਕਰ ਹਾਂ ਜਿਹਦੀ ਡਿਊਟੀ ਗੁਰੂ ਸਾਹਿਬ ਨੇ ਭੌਂਕਣ ਦੀ ਲਾਈ ਆ ਤੇ ਮੈਂ ਭੌਂਕੀ ਜਾ ਰਿਹਾ ਬਸ। ਇਹਦੇ ਉੱਤੇ ਮੇਰਾ ਕੋਈ ਰੋਲ ਨਹੀਂ। ਅੱਛਾ ਹੁਣ ਕਿੱਧਰ ਤੁਸੀਂ? ਮੈਂ ਬੰਬੇ ਆਊਂਗਾ। ਚਲੋ ਠੀਕ ਹੈ। ਓਕੇ 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 ਜੀ ਓਕੇ। ਸੋ ਇਹ ਉਹ ਗੱਲਬਾਤ ਹੈ ਜਿਹੜੀ ਦੀਪ ਸਿੱਧੂ ਦੇ ਨਾਲ ਮੇਰੀ ਆਖਰੀ ਵਾਰ ਹੋਈ। ਹੁਣ ਸਵਾਲ ਇਹ ਪੈਦਾ ਹੁੰਦੇ ਆ ਵੀ ਜਦੋਂ ਦੀਪ ਸਿੱਧੂ ਏਜੰਸੀਆਂ ਦਾ ਬੰਦਾ ਹਵਾਰਾ ਸਾਹਿਬ ਨੂੰ ਜਾ ਕੇ ਇਹ ਗੱਲ ਕਹੀ ਤਾਂ ਕੀ ਜਿਸ ਬੰਦੇ ਨੇ, ਜਿਸ ਵਿਅਕਤੀ ਨੇ ਇਹ ਗੱਲ ਕਹੀ, ਕਿ ਉਸ ਨੂੰ ਦੀਪ ਸਿੱਧੂ ਤੋਂ ਖਤਰਾ ਸੀ ਕੋਈ? ਕਿ ਉਹ ਇਹ ਚਾਹੁੰਦਾ ਸੀ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਾਂ ਅਸੀਂ ਕਾਫੀ ਸਮੇਂ ਤੋਂ ਲੱਗੇ ਹੋਏ ਹਾਂ, ਕਿਤੇ ਦੀਪ ਸਿੱਧੂ ਕ੍ਰੈਡਿਟ ਨਾ ਲੈ ਜੇ, ਜਾਂ ਉਹਨਾਂ ਨੂੰ ਆਪਣੀ ਚੌਧਰ ਖੁਸ਼ਦੀ ਨਜ਼ਰ ਆ ਰਹੀ ਸੀਗੀ ਇਸ ਕਰਕੇ ਹਵਾਰਾ ਸਾਹਿਬ ਤੱਕ ਗੱਲ ਪਹੁੰਚਾਈ ਗਈ, ਜਾਂ ਕਾਰਨ ਕੋਈ ਹੋਰ ਸੀ? ਕੁਝ ਬੰਦਿਆਂ ਦੇ ਨਾਲ ਗੱਲਬਾਤ ਸਾਡੀ ਜਿਹੜੀ ਹੋਈ ਵੀ ਹੈ, ਪਰ ਉਹਨਾਂ ਨੇ ਇਹ ਵੀ ਕਿਹਾ ਵੀ ਹਵਾਰਾ ਸਾਹਿਬ ਨੇ ਇਹਦਾ ਪ੍ਰਭਾਵ ਨਹੀਂ ਕਬੂਲਿਆ, ਉਸ ਗੱਲ ਨੂੰ ਨਹੀਂ ਉਹਨਾਂ ਨੇ ਐਕਸੈਪਟ ਕੀਤਾ, ਇਸੇ ਕਰਕੇ ਉਹਨਾਂ ਨੇ ਸੰਦੇਸ਼ ਵੀ ਭੇਜਿਆ ਫਿਰ। ਪਰ ਉਹ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਉਹ ਕੌਣ ਸੀ। ਇਸ ਲਈ ਬਾਪੂ ਗੁਰਚਰਨ ਸਿੰਘ ਜੀ ਦੇ ਨਾਲ ਵੀ ਮੈਂ ਜਿਹੜੀ ਮੁਲਾਕਾਤ ਜਲਦੀ ਇਸ ਮੁੱਦੇ ਦੇ ਉੱਤੇ ਕਰਨੀ ਚਾਹਾਂਗਾ। ਕਿਤੇ ਇਹਨਾਂ ਦੇ ਧੜੇ ਦੇ ਵਿੱਚੋਂ ਹੀ ਕੋਈ ਤਾਂ ਨਹੀਂ ਸੀਗਾ ਵੀ ਕੱਲ੍ਹ ਤਾਂ ਤੁਸੀਂ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਸੀ। ਪਰ ਮੈਂ ਇੱਕ ਗੱਲ ਇੱਥੇ ਦੱਸਣੀ ਚਾਹੁੰਦਾ ਵੀ ਬਾਪੂ ਗੁਰਚਰਨ ਸਿੰਘ ਹਮੇਸ਼ਾ ਦੀਪ ਸਿੱਧੂ ਦੀ ਤਾਰੀਫ ਕਰਦੇ ਰਹੇ, ਹਮੇਸ਼ਾ ਉਹਨਾਂ ਨੇ ਸਾਡੇ ਕੋਲ ਤਾਰੀਫ ਕੀਤੀ ਹੈ। ਜਦੋਂ ਦੀਪ ਸਿੱਧੂ ਨੇ ਜਿਹੜੀ ਗੱਲ ਕਹੀ, ਮੈਂ ਪੋਸਟ ਪਾ ਕੇ ਮੈਂ ਤੇ ਪੋਸਟ ਪਾਤੀ ਸਿੱਖਾਂ ਦਾ ਵੀ ਜੋ ਲੀਡਰ ਹੈ ਉਹ ਮੋਨਾ ਕੋਨਾ ਨਹੀਂ ਹੋ ਸਕਦਾ, ਤਾਂ ਉਹ ਪੋਸਟ ਕੀ ਸੀ ਦੀਪ ਸਿੱਧੂ ਦੀ, ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। 12 ਜਨਵਰੀ ਨੂੰ ਦੀਪ ਸਿੱਧੂ ਲਿਖਦੇ ਨੇ, ਸੰਗਤ ਜੀਓ ਸਤਿ ਸ੍ਰੀ ਅਕਾਲ। ਅੱਜ ਮੈਂ ਆਪਣੇ ਮਨ ਦੀ ਸੱਚਾਈ ਸੰਗਤ ਦੇ ਸਨਮੁਖ ਕਰਨਾ ਚਾਹੁੰਦਾ ਹਾਂ। ਇਸ ਦੀ ਲੋੜ ਇਸ ਕਰਕੇ ਪਈ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਸਿਲਸਿਲੇ ਵਿੱਚ ਮੇਰੀ ਮੌਜੂਦਗੀ ਤੇ ਕੁਝ ਸ਼ਖਸੀਅਤਾਂ ਵੱਲੋਂ ਇਤਰਾਜ਼ ਕੀਤਾ ਗਿਆ। ਸ਼ਬਦਾਂ ਰਾਹੀਂ ਜਿੰਨਾ ਕੁ ਮੈਂ ਬਿਆਨ ਕਰ ਸਕਦਾ ਉਹੀ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਪਤਾ ਕਿ ਗੁਰੂ ਖਾਲਸਾ ਪੰਥ ਅਕਾਲ ਪੁਰਖ ਦੇ ਸੱਚੇ ਤੇ ਸੁੱਚੇ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਜ਼ੁਲਮ ਦੇ ਖਿਲਾਫ ਲੜਾਈ ਲੜਦਾ ਹੈ ਤੇ ਇਸ ਮਹਾਨ ਪੰਥ ਦੀ ਅਗਵਾਈ ਅਕਾਲ ਪੁਰਖ ਆਪ ਕਰਦਾ ਹੈ। ਸੰਗਤ ਜੀਓ, ਮੈਂ ਸਪਸ਼ਟ ਰੂਪ ਵਿੱਚ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਰੂਪ ਵਿੱਚ ਪੰਥਕ ਯੋਗਤਾ ਉੱਤੇ ਖਰਾ ਨਹੀਂ ਉਤਰਦਾ, ਕਿਉਂਕਿ ਨਾ ਹੀ ਮੈਂ ਸਾਬਤ ਸੂਰਤ ਹਾਂ ਤੇ ਨਾ ਹੀ ਗੁਰੂ ਸਾਹਿਬ ਜੀ ਦੇ ਮਹਾਨ ਸਿਧਾਂਤਾਂ ਦੀ ਮਰਿਆਦਾ ਅਨੁਸਾਰ ਰਹਿਤ ਰੱਖਦਾ ਹਾਂ। ਮੈਂ ਪੰਥਕ ਨੁਮਾਇੰਦਗੀ ਦਾ ਦਾਅਵਾ ਕਰ ਹੀ ਨਹੀਂ ਸਕਦਾ, ਕਿਉਂਕਿ ਇਹ ਦਾਅਵਾ ਕੇਵਲ ਇੱਕ ਪੂਰਨ ਗੁਰਸਿੱਖ ਹੀ ਕਰ ਸਕਦਾ ਹੈ। ਪਰ ਮੇਰੇ ਅੰਦਰ ਮੌਜੂਦ ਪੰਥਕ ਜਜ਼ਬਾ ਮੈਨੂੰ ਪੰਥ ਦੇ ਹੱਕ ਵਿੱਚ ਖੜਾ ਕਰ ਦਿੰਦਾ ਹੈ। ਮੈਂ ਗੁਰੂ ਘਰ ਦਾ ਉਹ ਕੂਕਰ ਹਾਂ
ਜਿਸ ਦੀ ਡਿਊਟੀ ਗੁਰੂ ਸਾਹਿਬ ਨੇ ਸਿਰਫ ਭੌਂਕਣ ਦੀ ਲਾਈ ਹੋਈ ਹੈ। ਮੈਨੂੰ ਕਿਸੇ ਰੂਪ ਵਿੱਚ ਵੀ ਪੰਥਕ ਸ਼ਖਸੀਅਤਾਂ ਵਜੋਂ ਨਾ ਦੇਖਿਆ ਜਾਵੇ। ਮੈਂ ਪੰਥ ਦੇ ਮਹਾਨ ਫਲਸਫਿਆਂ ਨੂੰ ਕਿਸੇ ਸੂਖਮ ਰੂਪ ਵਿੱਚ ਵੀ ਖੋਰਾ ਲਾਉਣ ਬਾਰੇ ਸੋਚ ਹੀ ਨਹੀਂ ਸਕਦਾ। ਸੋ ਦੀਪ ਸਿੱਧੂ ਨੇ ਇਹ ਪੋਸਟ ਪਾਈ, ਜਿਸ ਤੋਂ ਬਾਅਦ ਉਹਨਾਂ ਨੇ ਇਸ ਦੇ ਬਾਬਤ ਕੋਈ ਵੀ ਹੋਰ ਪੋਸਟਾਂ ਨਹੀਂ ਪਾਈਆਂ। ਪਰ ਤਰਾਸਦੀ ਹੈ, ਠੀਕ ਹੈ, ਜੇਕਰ ਦੀਪ ਸਿੱਧੂ ਗਦਾਰ ਸੀ ਤਾਂ ਫਿਰ ਹਵਾਰਾ ਸਾਹਿਬ ਨੂੰ ਇੱਕ ਧੜਾ ਵੀ ਤਾਂ ਕਹਿੰਦਾ ਸੀ ਵੀ ਨਹੀਂ ਉਹ ਹੀਰੋ ਹੈ। ਸੋ ਹੁਣ ਇਹ ਗੱਲ ਇਸ ਕਰਕੇ ਮੈਂ ਕਰਨੀ ਜ਼ਰੂਰੀ ਸਮਝੀ, ਕਿਉਂਕਿ ਇੱਕ ਤਾਂ ਅਸੀਂ ਕੌਮ ਨੂੰ ਦਫਾੜ ਨਹੀਂ ਕਰਨਾ ਚਾਹੁੰਦੇ ਅਜਿਹੀਆਂ ਵੀਡੀਓ ਨਾਲ। ਇਹਦਾ ਮਤਲਬ ਮੈਂ ਇਸ ਨੂੰ ਤੁਹਾਡੇ ਤੱਕ ਇਸ ਕਰਕੇ ਪਹੁੰਚਾ ਰਿਹਾ, ਕਿਤੇ ਚੰਗੇ ਨੌਜਵਾਨਾਂ ਬਾਰੇ ਗਲਤ ਖਬਰਾਂ ਜੇਲ੍ਹ 'ਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਤੱਕ ਤਾਂ ਨਹੀਂ ਪਹੁੰਚਾਈਆਂ ਜਾ ਰਹੀਆਂ। ਕਿਤੇ ਜਿਹੜੇ ਨੌਜਵਾਨਾਂ ਨੇ ਸੇਵਾ ਕਰਨੀ ਹੈ ਉਹਨਾਂ ਬਾਬਤ ਗਲਤ ਬਿਆਨਬਾਜ਼ੀਆਂ, ਕਿਤੇ ਸੱਚਮੁੱਚ ਕੋਈ ਏਜੰਸੀਆਂ ਦੇ ਬੰਦੇ ਤਾਂ ਨਹੀਂ, ਜਿਹੜੇ ਜਥੇਦਾਰ ਹਵਾਰਾ ਸਾਹਿਬ ਦੀ ਕਮੇਟੀ ਦੇ ਵਿੱਚ ਤਾਂ ਹੈਗੇ ਨੇ, ਪਰ ਉਹ ਕਿਤੇ ਨਾ ਕਿਤੇ ਏਜੰਸੀਆਂ ਦੇ ਬੰਦੇ ਹੋ ਸਕਦੇ ਨੇ ਵੀ ਜਿਹੜੇ ਅਜਿਹੀਆਂ ਖਬਰਾਂ ਦਿੰਦੇ ਨੇ। ਇਸ ਕਰਕੇ ਕੌਮ ਨੂੰ ਸਤਰਕ ਕਰਨ ਦੇ ਲਈ ਇਹ ਜਿਹੜੀ ਮੈਂ ਵੀਡੀਓ ਅੱਜ ਬਣਾ ਰਿਹਾ ਵੀ ਇਸ ਬਾਬਤ ਜ਼ਰੂਰ ਧਿਆਨ ਰੱਖਿਆ ਜਾਵੇ। ਜਾਂ ਫਿਰ ਇਹ ਲੋਕ ਉਹ ਤਾਂ ਨਹੀਂ ਹੈਗੇ ਜਿਹੜੇ ਸਿਰਫ ਆਪਣੀ ਚੌਧਰ ਕਰਕੇ ਹਵਾਰਾ ਸਾਹਿਬ ਦੇ ਨਾਲ ਜੁੜੇ ਹੋਏ ਨੇ, ਤੇ ਜੇਕਰ ਕੋਈ ਚੰਗਾ ਕੰਮ ਵੀ ਹੋਵੇ ਭਾਵੇਂ ਉਹ ਦੂਜਾ ਕਰਨ ਲੱਗਦਾ ਹੈ ਤੇ ਉਹਨੂੰ ਇੱਕਦਮ ਗਦਾਰ ਦੱਸ ਦਿੰਦੇ ਨੇ ਜਾਂ ਉਹਨੂੰ ਏਜੰਸੀਆਂ ਦਾ ਬੰਦਾ ਕਹਿ ਕੇ ਭੰਡਿਆ ਜਾਂਦਾ ਹੈ। ਪਰ ਇਸ ਦੇ ਬਾਬਤ ਹੁਣ ਤੁਹਾਨੂੰ ਰੁਕਣਾ ਪਊਗਾ, ਕਿਉਂਕਿ ਮੈਂ ਇਸ ਦੇ ਬਾਰੇ ਬਾਪੂ ਜੀ ਹੋਰਾਂ ਨਾਲ ਮੇਰਾ ਸੰਪਰਕ ਕਰਨ ਦੀ ਜਿਹੜੀ ਹੈਗੀ ਆ, ਜਲਦੀ ਮੈਂ ਸੰਪਰਕ ਦੇ ਵਿੱਚ ਹੋਵਾਂਗਾ। ਕਿਉਂਕਿ ਮੈਂ ਫੋਨ ਕੀਤਾ ਸੀ, ਉਹ ਕਹਿੰਦੇ ਮੈਂ ਇੱਕ ਵਿਆਹ ਸਮਾਗਮ ਦੇ ਵਿੱਚ ਹੈਗਾ, ਵੀ ਮੈਂ ਉੱਥੇ ਕੋਈ ਫੰਕਸ਼ਨ ਚੱਲ ਰਿਹਾ, ਵੀ ਜ਼ਰੂਰ ਮੈਂ ਇਸ ਦੇ ਉੱਤੇ ਗੱਲਬਾਤ ਕਰਾਂਗਾ। ਵੀ ਮੇਰੇ ਕੋਲ ਇੰਨੀ ਮੇਰੀ ਗੱਲ ਹੋਈ ਹੈ ਡਿਟੇਲ ਦੇ ਵਿੱਚ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਹਵਾਰਾ ਸਾਹਿਬ ਬਾਬਤ ਕੋਈ ਗੱਲ ਕਰਨੀ ਹੈ ਤੁਹਾਡੇ ਨਾਲ, ਦੀਪ ਸਿੱਧੂ ਬਾਬਤ, ਤੇ ਉਹਨਾਂ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ। ਤੇ ਜਲਦ ਹੀ ਮੈਂ ਉਹਨਾਂ ਦੇ ਨਾਲ ਅਪਰੋਚ ਕਰਕੇ ਪਹੁੰਚ ਕਰਕੇ ਉਹਨਾਂ ਦੇ ਤੱਕ ਇਹ ਇੰਟਰਵਿਊ ਜਲਦ ਹੀ ਨਸ਼ਰ ਕਰਾਂਗਾ। ਜ਼ਰੂਰ ਸਵਾਲ ਪੁੱਛਾਂਗਾ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਜਾਂ ਤਾਂ ਸਾਨੂੰ ਦੱਸੋ ਵੀ ਉਹ ਕਿਹੜੇ ਬੰਦੇ ਨੇ, ਅਸੀਂ ਚਾਹੇ ਉਹ ਪੰਥਕ ਲੋਕ ਨੇ, ਚਾਹੇ, ਕਿਉਂਕਿ ਇਹ ਵੀ ਹੁੰਦਾ ਕਈ ਵਾਰ ਪੰਥਕ ਬਣਦੇ ਲੋਕ ਤੇ ਹੁੰਦੇ ਕੁਝ ਹੋਰ ਨੇ। ਇਸ ਕਰਕੇ ਇੱਕ ਪੱਤਰਕਾਰ ਦਾ ਤਾਂ ਫਰਜ਼ ਹੈ, ਜੋ ਮੈਂ ਦੀਪ ਸਿੱਧੂ ਦੇ ਨਾਲ ਵੀ ਇੰਟਰਵਿਊਜ਼ ਕੀਤੀਆਂ ਤਾਂ ਉਹਨੂੰ ਵੀ ਸਿੱਧੇ ਸਵਾਲ, ਠੋਕਵੇਂ ਸਵਾਲ ਜਿਹੜੇ ਹੈਗੇ ਆ, ਜੇ ਦੀਪ ਸਿੱਧੂ ਨੂੰ ਉਹ ਕਾਮਰੇਡਾਂ ਨੇ ਸਵਾਲ ਕੀਤੇ ਤਾਂ ਕਾਮਰੇਡ ਬਣ ਕੇ ਕੀਤੇ ਨੇ। ਸੋ ਇਸ ਕਰਕੇ ਹੁਣ ਮੈਂ ਬਾਪੂ ਗੁਰਚਰਨ ਸਿੰਘ ਜੀ ਤੱਕ ਜ਼ਰੂਰ ਇਹ ਗੱਲਾਂ ਲੈ ਕੇ ਜਾਵਾਂਗਾ ਕਿ ਆਖਿਰ ਕੌਣ ਲੋਕ ਨੇ, ਉਹ ਕਿਉਂ ਅਜਿਹਾ ਬਿਰਤਾਂਤ ਸਿਰਜਿਆ ਜਾ ਰਿਹਾ, ਤੇ ਜੇਕਰ ਸਾਨੂੰ ਪਤਾ ਲੱਗਦਾ ਫਿਰ ਉਹਨਾਂ ਲੋਕਾਂ ਦੇ ਨਾਲ ਵੀ ਇੱਕ ਵਾਰ ਜ਼ਰੂਰ ਮੁਲਾਕਾਤ ਦਿਖਾਵਾਂਗੇ ਤੇ ਉਹਨਾਂ ਦੇ ਹੁਣ ਵਿਚਾਰ ਕੀ ਨੇ ਦੀਪ ਸਿੱਧੂ ਬਾਰੇ, ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਕਿ ਉਹ ਅੱਜ ਵੀ ਗਦਾਰ ਮੰਨਦੇ ਨੇ? ਜੇ ਉਹ ਗਦਾਰ ਮੰਨਦੇ ਨੇ ਅੱਜ ਦੀਪ ਸਿੱਧੂ ਨੂੰ, ਤਾਂ ਹਵਾਰਾ ਸਾਹਿਬ ਤਾਂ ਫਿਰ ਯੋਧਾ ਮੰਨਦੇ ਨੇ ਦੀਪ ਸਿੱਧੂ ਨੂੰ, ਤਾਂ ਕੀ ਫਿਰ ਉਹ ਲੋਕ ਹਵਾਰਾ ਸਾਹਿਬ ਤੋਂ ਦੂਰ ਹੋਣਗੇ ਜਾਂ ਫਿਰ ਮੁਆਫੀ ਮੰਗਣਗੇ? ਕਿਉਂ ਉਹਨਾਂ ਨੇ ਅਜਿਹਾ ਸਾਰਾ ਕੁਝ ਸਿਰਜਿਆ? ਤਾਂ ਉਸ ਬਾਬਤ ਜਲਦ ਹੀ ਇੱਕ ਮੁਲਾਕਾਤ ਲੈ ਕੇ ਆ ਰਹੇ। ਧੰਨਵਾਦ।